दंडोत वंदन कुमार सर्व कला समरथ डोलन दे रखो प्रभु नानक दे करो हथ। कहाँ बुद्ध प्रभ तुच्छ हमारी बर न सकै महिमा जो तिहारी। हम ना सकत कर सिहत तुम्हारी आप लियो तुम कथा सुधारी। पिता जन्म जिम पूत न पावै कहाँ तवन का भेद बतावै। कहाँ लागे कीट बखानै महिमा तोर तुही प्रभ जानै। सतनाम वाहिगुरु साहिब जी महला दूजा। ये जग सच्चे की है कोठड़ी सच्चे का विचवास। इक ना हुक्म समाए ले इक ना हुक्मे करे विनाश। इक ना भाणै कढ ले इक ना माया विच निवास। एव प्याग न जापई जे किसै आणे रास। नानक गुरमुख जानिए जाको आप करे प्रगास। पौड़ी नानक जी उपाय कै लिख नावै धर्म वालिया। उथै सच्चे ही सच निबड़ै चुन वख कढे जजमालिया। थाव न पाइन कूड़ियार मोह काले दो जग चालिया। तेरे नाए रते से जन गए हार गए से ठगण वालिया। लिख नावै धर्म बहालिया लिख नावै धर्म बहालिया। वाहिगुरु जी का खालसा वाहिगुरु जी की फतेह। परम सत्कारयोग जुगो जुग अटल चबर छतर तख्त दे मालक। सहबे कमाल हाजरा हजूर जारा जहूर सर्व कला भरपूर। शब्द गुरु धन धन श्री गुरु ग्रंथ साहिब जी महाराज मेहरां दे दाते बख्शिश कीती है। सत संगत दा अमोलक समा बख्शिश कीता है। सतगुरु जी की कृपा सदका इस पावन अस्थान ते गुरबाणी की जो लड़ीवार कथा चल रही है चल रही पावन बाणी की लड़ीवार कथा के तहत श्री आसा की वार की कथा आरंभ हो चुकी है। जिस विचों जो पावन शब्द विचार अधीन हैं। आसा राग की वार की दूसरी पौड़ी और इस दे नाल जिहड़ा तीसरा श्लोक है ये पावन शब्द विचार अधीन हैं। इस तो पहला दो श्लोक इस पौड़ी नाल जिहड़े आए हैं गुरु नानक पातशाह जी दे वो विचार पहला आप जी ने सरवण की है। अज दे इन्हां पावन अमृत वचनां अंदर गुरु पातशाह जी जो उपदेश कर रहे हैं सतगुरु जी के पावन अमृत बचनां की विचार आरंभ करन तो पहला जो बेनती है वार पौड़ियां दी हुंदी है पर सतगुरु पातशाह जी ने पौड़ियां दे नाल श्लोक भी दर्ज किए हैं। जो पौड़ी दे विच गल गोज रूप विच आखी गई है उसनूं श्लोकां दे विच विस्तार दिता गया है। इस करके पौड़ियां दे नाल श्लोक भी दर्ज किए हैं। जो पौड़ी दे विच गल गोज रूप विच आखी गई है उसनूं श्लोकां दे विच विस्तार दिता गया है। इस करके पौड़ियां दे नाल श्लोक भी दर्ज किए हैं। इस करके पौड़ियां दे नाल श्लोकां दे विच विस्तार दिता गया है। इस करके
ਉਹੀ ਸ਼ਲੋਕ ਦਰਜ ਕੀਤੇ ਗਏ ਹਨ ਜੋ ਪੌੜੀ ਦੇ ਗੋਝ ਭਾਵ ਨੂੰ ਖੋਲ੍ਹਦੇ ਹਨ। ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਸ਼ਬਦ ਜੋ ਪੌੜੀ ਦਾ ਹੈ, ਉਹਦੇ ਵਿੱਚ ਮਹਾਰਾਜ ਨੇ ਬਚਨ ਆਖੇ ਨੇ। ਵਾਹਿਗੁਰੂ ਪਰਮਾਤਮਾ ਨੇ ਸਾਰੇ ਜੀਵ ਪੈਦਾ ਕੀਤੇ ਨੇ ਅਤੇ ਇਹਨਾਂ ਜੀਵਾਂ ਦਾ ਲੇਖਾ ਵੇਖਣ ਵਾਸਤੇ, ਲੇਖਾ ਜੋਖਾ ਰੱਖਣ ਵਾਸਤੇ ਧਰਮ ਰਾਜ ਨੂੰ ਬਿਠਾਲਿਆ ਹੈ। ਉਸ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ ਚੱਲਦਾ, ਛਲ ਨਹੀਂ ਚੱਲਦਾ, ਫਰੇਬ ਨਹੀਂ ਚੱਲਦਾ। ਉੱਥੇ ਸੱਚੋ ਸੱਚ ਨਿਬੇੜਾ ਹੁੰਦਾ ਹੈ। ਔਰ ਜਿਹੜੇ ਕੁਕਰਮੀ ਜੀਵ ਹਨ, ਜਿਹੜੇ ਮੰਦੇ ਜੀਵ ਹਨ, ਉਹਨਾਂ ਨੂੰ ਚੁਣ ਕੇ ਵਿੱਚੋਂ ਵੱਖ ਕਰ ਲਿਆ ਜਾਂਦਾ ਹੈ ਅਤੇ ਉਹਨਾਂ ਲੋਕਾਂ ਨੂੰ, ਉਹਨਾਂ ਜੀਵਾਂ ਨੂੰ ਫਿਰ ਘੋਰ ਨਰਕਾਂ ਦੇ ਵਿੱਚ ਕਾਲੇ ਮੂੰਹ ਕਰਕੇ ਸੁੱਟਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਸਿਮਰਨ ਕੀਤਾ, ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਗਏ ਨੇ। ਅਤੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਘਰ ਦਾ ਇਹ ਨਿਯਮ ਬਿਲਕੁਲ ਸੱਚਾ ਹੈ। ਜਿਸ ਤਰ੍ਹਾਂ ਦਾ ਕੋਈ ਜੀਵ ਕਰਮ ਕਰਦਾ ਹੈ, ਉਹਦਾ ਫਲ ਉਸ ਨੂੰ ਮਿਲਦਾ ਹੈ। ਹੁਣ ਇਸ ਪੌੜੀ ਦੇ ਨਾਲ 3 ਸ਼ਲੋਕ ਹਨ। 2 ਸ਼ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਔਰ 1 ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ 2 ਸ਼ਲੋਕ ਨੇ ਉਹ ਕਥਾ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ। ਇੱਥੇ ਸੂਖਸ਼ਮ ਰੂਪ ਦੇ ਵਿੱਚ ਬੇਨਤੀ ਹੈ। ਕਈ ਵਾਰ ਤੁਸੀਂ ਸੁਣਿਆ ਹੋਵੇਗਾ, ਕਈ ਪ੍ਰਚਾਰਕ ਇਹ ਗੱਲ ਕਹਿੰਦੇ ਨੇ, ਜਾਂ ਕਈ ਧਰਮਾਂ ਦੇ ਅੰਦਰ ਵੀ ਇਹ ਗੱਲ ਆਖੀ ਜਾਂਦੀ ਹੈ, ਸੰਸਾਰ ਇੱਕ ਛਲਾਵਾ ਹੈ, ਹੋਰ ਕੁਝ ਵੀ ਨਹੀਂ ਹੈ। ਅਤੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਦੱਸਦੇ ਨੇ, ਭਾਈ ਇਹ ਛਲਾਵਾ ਨਹੀਂ ਹੈ, ਜੋ ਵਾਹਿਗੁਰੂ ਨੇ ਬਣਾਇਆ ਹੈ ਹੋਂਦ ਵਾਲਾ ਬਣਾਇਆ ਹੈ। ਐਸਾ ਨਹੀਂ ਇਹ ਕੋਈ ਮਿਥਿਆ ਹੋਇਆ ਨਹੀਂ ਹੈ। ਇਸੇ ਤਰ੍ਹਾਂ ਲੋਕ ਕਈ ਇਹ ਵੀ ਕਹਿੰਦੇ ਨੇ ਕੋਈ ਧਰਮ ਰਾਜਾ ਨਹੀਂ ਹੁੰਦਾ, ਕੋਈ ਯਮਦੂਤ ਨਹੀਂ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰਾ ਕੁਝ ਹੁੰਦਾ ਹੈ। ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਖੰਡ ਬ੍ਰਹਿਮੰਡ ਵੀ ਹੋਂਦ ਵਾਲੇ ਨੇ, ਕੋਈ ਮਿੱਥੇ ਹੋਏ ਨਹੀਂ ਹਨ। ਔਰ ਸਾਰਾ ਕੁਝ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਉਸ ਵਾਹਿਗੁਰੂ ਨਿਰੰਕਾਰ ਦੀਆਂ ਵੱਡੀਆਂ ਵਡਿਆਈਆਂ ਨੇ, ਉਹਦਾ ਨਾਮ ਬੜਾ ਵੱਡਾ ਹੈ। ਪਾਤਸ਼ਾਹ ਜੀ ਕਹਿੰਦੇ ਉਸ ਦੀ ਜਿਹੜੀ ਇਹ ਕਾਰ ਹੈ, ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਉਸਨੇ ਸਾਜੇ ਹੋਏ ਨੇ, ਇਹ ਦੱਸੀ ਨਹੀਂ ਜਾ ਸਕਦੀ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਕੁਝ ਵੀ ਮਿਥਿਆ ਹੋਇਆ ਨਹੀਂ ਹੈ। ਜੋ ਕੁਝ ਪਰਮਾਤਮਾ ਨੇ ਨਿਰੰਕਾਰ ਨੇ ਬਣਾਇਆ ਹੈ, ਹੋਂਦ ਵਾਲਾ ਹੈ। ਇਸ ਕਰਕੇ ਐਸਾ ਮਨ ਵਿੱਚ ਭਰਮ ਨਾ ਰੱਖੋ ਕਿ ਅੱਗੇ ਕੋਈ ਧਰਮ ਰਾਜਾ ਨਹੀਂ ਹੁੰਦਾ, ਕੋਈ ਜਮਦੂਤ ਨਹੀਂ ਹੁੰਦੇ, ਕੋਈ ਨਰਕ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਹੁੰਦਾ ਹੈ। ਇਸ ਕਰਕੇ ਆਪਣੇ ਕਰਮ ਚੰਗੇ ਕਰੋ, ਨਾਮ ਜਪੋ, ਬੰਦਗੀ ਕਰੋ, ਤਾਂ ਜੋ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੋ। ਐਸਾ ਨਾ ਹੋਵੇ ਕਿ ਭੁਲੇਖੇ ਦੇ ਵਿੱਚ ਪਏ ਹੋਏ ਕਿ ਕੋਈ ਧਰਮ ਰਾਜਾ ਨਹੀਂ ਹੈ, ਅੱਗੇ ਕੁਝ ਨਹੀਂ ਹੁੰਦਾ। ਅਤੇ ਮਹਾਰਾਜ ਕਹਿੰਦੇ ਐਸਾ ਨਾ ਹੋਵੇ, ਐਸੇ ਭਰਮ ਵਿੱਚ ਮਾੜੇ ਕਰਮ ਕਰ ਕਰਕੇ ਪਾਪਾਂ ਦੀਆਂ ਪੰਡਾਂ ਬੰਨ੍ਹ ਲਵੋ, ਫਿਰ ਘੋਰ ਨਰਕਾਂ ਦੇ ਵਿੱਚ ਭਾਰੀ ਸਜ਼ਾ ਪ੍ਰਾਪਤ ਹੋਵੇਗੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਆ ਜਾਏ, ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ। ਇਸ ਕਰਕੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇੱਥੇ ਜੋ ਪਾਵਨ ਸ਼ਲੋਕ ਵਿਚਾਰ ਅਧੀਨ ਹੈ ਅਤੇ ਪੌੜੀ ਵਾਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਆਓ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਨਾਲ ਜੁੜੀਏ। ਸਤਿਗੁਰੂ ਮਹਿਰਾਮਤ ਕਰਨ, ਆਪ ਵਿੱਚ ਵਰਤ ਕੇ ਆਪਣੀ ਪਾਵਨ ਬਾਣੀ ਦੀ ਕਥਾ ਵਿਚਾਰ ਕਰਵਾ ਲੈ। ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਮਹੱਲਾ ਦੂਜਾ।
ए जग सच्चे की है कोठड़ी, सच्चे का विच वास। वाहिगुरु परमात्मा बारे ਇਹ ਬਚਨ ਵੀ ਸੁਣਨ ਨੂੰ ਮਿਲਦੇ ਨੇ ਕਿ ਪਰਮਾਤਮਾ ਕਿਤੇ ਸਤਵੇਂ ਅਸਮਾਨ 'ਤੇ ਰਹਿੰਦਾ ਹੈ। ਜਾਂ ਤੁਸੀਂ ਸੁਣਿਆ ਹੋਵੇਗਾ, ਅਕਸਰ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਉੱਪਰ ਵਾਲਾ ਵੇਖਦਾ ਪਿਆ ਹੈ। ਵਾਹਿਗੁਰੂ ਤਾਂ ਹਰ ਇੱਕ ਥਾਂ ਦੇ ਵਿੱਚ ਹੈ, ਪਰ ਇਹ ਗੱਲ ਦਾ ਇੱਕ ਖਿਆਲ ਬਣਾਤਾ ਕਿ ਰੱਬ ਕਿਤੇ ਉੱਪਰ ਰਹਿੰਦਾ ਹੈ ਅਤੇ ਲੋਕ ਕਹਿੰਦੇ ਨੇ ਉੱਪਰ ਵਾਲਾ ਵੇਖਦਾ ਪਿਆ ਹੈ। ਪਾਤਸ਼ਾਹ ਜੀ ਕਹਿੰਦੇ ਉਹ ਤਾਂ ਵਾਹਿਗੁਰੂ ਤਾਂ ਘਟ ਘਟ ਵਿੱਚ ਬੈਠਾ ਵਸ ਰਿਹਾ, ਵੇਖ ਰਿਹਾ ਹੈ। ਅਤੇ ਇਹ ਵੀ ਇੱਕ ਭਰਮ ਬਣਾਤਾ ਕਿ ਰੱਬ ਧਰਤੀ 'ਤੇ ਨਹੀਂ ਹੈ, ਕਿਤੇ ਉੱਪਰ ਹੈ। ਇਸੇ ਤਰ੍ਹਾਂ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਖੀਰ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਦੀ ਸੇਜਾ 'ਤੇ ਉਹ ਸੁੱਤਾ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਭਰਮਾਂ ਵਿੱਚੋਂ ਕੱਢਦੇ ਨੇ। ਮਹਾਰਾਜ ਕਹਿੰਦੇ ਭਾਈ ਨਹੀਂ, ਵਾਹਿਗੁਰੂ ਪਰਮਾਤਮਾ ਉਹ ਕਦੇ ਸੌਂਦਾ ਨਹੀਂ ਹੈ, ਉਹ ਸਦਾ ਜਾਗਦਾ ਹੈ, ਸਦਾ ਵੇਖਦਾ ਹੈ, ਸਦ ਸੁਣਦਾ, ਸਦ ਵੇਖਦਾ। ਸਦਾ ਮਹਾਰਾਜ ਕਹਿੰਦੇ ਉਹ ਵੇਖ ਰਿਹਾ, ਸੁਣ ਰਿਹਾ ਹੈ ਔਰ ਸਦਾ ਸਾਰੇ ਪਾਸੇ ਸਮਾਇਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਕਿਤੇ ਉੱਪਰ ਜਾਂ ਧਰਤੀ ਦੇ ਜਾਂ ਸਮੁਖੀਰ ਸਮੁੰਦਰ ਦੇ ਵਿੱਚ ਨਹੀਂ ਹੈ, ਉਹ ਤਾਂ ਸਾਰੇ ਸੰਸਾਰ ਦੇ ਵਿੱਚ ਹੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਾਹਿਗੁਰੂ ਨਿਰੰਕਾਰ ਇਹ ਸਾਰਾ ਸੰਸਾਰ ਉਹਦੀ ਕੋਠੀ ਹੈ ਅਤੇ ਉਹ ਆਪਣੀ ਇਸ ਕੋਠੀ ਦੇ ਵਿੱਚ ਹੀ ਵਸ ਰਿਹਾ, ਰਹਿ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਥਾਂ ਪਰ ਥਾਂ ਉਪਦੇਸ਼ ਕੀਤਾ ਹੈ। ਕਈਆਂ ਨੇ ਕਿਹਾ ਰੱਬ ਨੂੰ ਮਿਲਣਾ ਹੈ, ਤੁਸੀਂ ਜੰਗਲਾਂ ਵਿੱਚ ਚਲੇ ਜਾਓ, ਪਹਾੜਾਂ ਵਿੱਚ ਚਲੇ ਜਾਓ। ਮਹਾਰਾਜ ਕਹਿੰਦੇ ਭਾਈ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਮੂਰਖਾ, ਜੰਗਲਾਂ ਵਿੱਚ ਕੀ ਲੈਣ ਚੱਲਿਆ ਹੈ? ਪਰਮਾਤਮਾ ਤਾਂ ਤੇਰੇ ਘਰ ਵਿੱਚ ਹੈ, ਤੇਰੇ ਹਿਰਦੇ ਵਿੱਚ ਹੈ, ਉਹਨੂੰ ਆਪਣੇ ਅੰਦਰੋਂ ਖੋਜ। ਪਰ ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਬਾਬਾ ਫਰੀਦ ਜੀ ਨੇ ਵੀ ਇਸ ਤਰ੍ਹਾਂ ਦੇ ਲੋਕਾਂ ਵੱਲ ਜਦੋਂ ਵੇਖਿਆ ਤੇ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਆਖਿਆ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਹਰਿਆਲੀ ਹੈ। ਜੰਗਲ ਕਿਆ ਢੂੰਡੇ, ਉਹ ਵਾਹਿਗੁਰੂ ਨਿਰੰਕਾਰ ਤਾਂ ਆਪਣੇ ਕੋਲ ਹੀ ਵਸਦਾ ਹੈ, ਪਰ ਉਹਨੂੰ ਦੇਖਣ ਵਾਲੀ ਅੱਖ ਚਾਹੀਦੀ ਹੈ। ਮਹਾਰਾਜ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਸੰਸਾਰ ਵਾਹਿਗੁਰੂ ਦਾ ਘਰ ਹੈ, ਉਹਦੀ ਕੋਠੀ ਹੈ ਔਰ ਵਾਹਿਗੁਰੂ ਇਸ ਸੰਸਾਰ ਦੇ ਵਿੱਚ ਹੀ ਵਸਿਆ ਹੋਇਆ ਹੈ। ਇਹ ਭਰਮ ਨਾ ਬਣਾਓ ਕਿ ਪਰਮਾਤਮਾ ਕਿਤੇ ਸਤਵੇਂ ਅਸਮਾਨ ਵਿੱਚ ਹੈ, ਜਾਂ ਉਹ ਖੀਰ ਸਮੁੰਦਰ ਵਿੱਚ ਹੈ, ਜਾਂ ਉਹ ਕਿਤੇ ਪਹਾੜਾਂ ਵਿੱਚ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰੇ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਨੂੰ ਵਾਹਿਗੁਰੂ ਆਪਣੇ ਹੁਕਮ ਦੇ ਅੰਦਰ ਸਮਾ ਲੈਂਦਾ, ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਵਾਹਿਗੁਰੂ ਪਰਮਾਤਮਾ ਵੇਖਦਾ ਜੀਵ ਦੇ ਕਰਮ, ਬੰਦਗੀ, ਜਿਸ ਤਰ੍ਹਾਂ ਦੇ ਵੀ ਕਰਮ ਕੀਤੇ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਹਦੀ ਰਜ਼ਾ ਵਿੱਚ ਆ ਗਏ, ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਵਿੱਚ ਸਮਾ ਲਿਆ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਉਹ ਵੀ ਵਾਹਿਗੁਰੂ ਦੇ ਹੁਕਮ ਦੇ ਅੰਦਰ ਮਹਾਰਾਜ ਕਹਿੰਦੇ ਉਹਨਾਂ ਦਾ ਵਿਨਾਸ਼ ਕਰਤਾ, ਉਹਨਾਂ ਨੂੰ ਡੋਬ ਕੇ ਰੱਖ ਦਿੱਤਾ। ਜਿਵੇਂ ਆਪਾਂ ਵੇਖਦੇ ਹਾਂ ਦੁਨਿਆਵੀ ਤੌਰ 'ਤੇ ਕੋਈ ਮਨੁੱਖ ਪੜ੍ਹਾਈ ਕਰਦਾ ਹੈ, ਕੋਈ ਬੱਚਾ ਪੜ੍ਹਾਈ ਕਰਦਾ ਹੈ, ਉਹਨੇ ਬਹੁਤ ਪੜ੍ਹਾਈ ਕੀਤੀ, ਜਿਹੜੀ ਸਰਕਾਰ, ਉਸ ਸਰਕਾਰ ਨੇ ਉਸ ਬੱਚੇ ਨੂੰ ਸਨਮਾਨ ਕੀਤਾ, ਉਹਨੂੰ ਵੱਡਾ ਅਫਸਰ ਬਣਾਤਾ, ਨੌਕਰੀ ਦੇ ਦਿੱਤੀ। ਪਰ ਇੱਕ ਨੇ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਤਾਂ ਲਈਆਂ, ਪਰ ਪੜ੍ਹਾਈ ਨਹੀਂ ਲਈ, ਵਿੱਦਿਆ ਨਹੀਂ ਪ੍ਰਾਪਤ ਕੀਤੀ। ਹੁਣ ਉਹ ਸਰਕਾਰ ਦੀ ਬਖਸ਼ਿਸ਼ ਨਹੀਂ ਲੈ ਸਕਦਾ, ਸਗੋਂ ਮਾੜੇ ਕਰਮ ਕੀਤੇ
ਤੇ ਉਸ ਮਾੜੇ ਕਰਮ ਕਰਨ ਵਾਲੇ ਨੂੰ ਕਿਤੇ ਕਤਲ ਕੀਤਾ, ਕਿਤੇ ਕੁਝ ਕੀਤਾ, ਉਹਨੂੰ ਚੁੱਕ ਕੇ ਸਰਕਾਰ ਨੇ ਜੇਲ੍ਹ ਵਿੱਚ ਬੰਦ ਕਰਤਾ, ਸਜ਼ਾ ਦੇ ਦਿੱਤੀ। ਦੇਖੋ, ਬੰਦੇ ਦੋਵੇਂ ਹੀ ਸਰਕਾਰ ਦੇ ਹਨ, ਪਰ ਇੱਕ ਨੂੰ ਸਰਕਾਰ ਸਨਮਾਨ ਦੇ ਰਹੀ ਹੈ, ਇੱਕ ਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰਤਾ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਮਾੜੇ ਕਰਮ ਕਰ ਰਿਹਾ ਹੈ, ਇਹ ਸੰਸਾਰ ਵਾਸਤੇ, ਇਹ ਹੋਰ ਲੋਕਾਂ ਵਾਸਤੇ ਖਤਰਾ ਹੈ, ਇਸ ਕਰਕੇ ਇਹਨੂੰ ਜੇਲ੍ਹ 'ਚ ਬੰਦ ਕਰਤਾ ਹੈ। ਇੱਕ ਨੂੰ ਸਨਮਾਨ ਦੇ ਕੇ ਦੁਨੀਆ ਦੀ ਸੇਵਾ ਵਾਸਤੇ ਭੇਜਿਆ, ਜਾਓ ਤੁਹਾਨੂੰ ਅਫਸਰ ਬਣਾਇਆ ਹੈ, ਤੁਸੀਂ ਇਸ ਤਰ੍ਹਾਂ ਦੇ ਕੰਮ ਕਰਨੇ ਨੇ, ਤੇ ਉਹ ਵੀ ਬੰਦਾ ਸਰਕਾਰ ਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਬੰਦਗੀ ਕੀਤੀ ਵਾਹਿਗੁਰੂ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ, ਪਰ ਜਿਹੜੇ ਬੰਦਗੀ ਨਹੀਂ ਕੀਤੇ, ਮਾੜੇ ਕਰਮ ਕਰਦੇ ਰਹੇ, ਉਹਨਾਂ ਨੂੰ ਫਿਰ ਡੋਬ ਦਿੰਦਾ ਹੈ, ਉਹਨਾਂ ਦਾ ਵਿਨਾਸ਼ ਕਰ ਦਿੰਦਾ। ਇੱਕ ਨਾ ਭਾਣੈ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਕਨਾਂ ਨੂੰ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ, ਗੁਰੂ ਦੀ ਗੱਲ ਮੰਨੀ, ਉਹਨਾਂ ਨੂੰ ਫਿਰ ਆਪਣੇ ਭਾਣੇ ਵਿੱਚ, ਆਪਣੀ ਰਜਾ ਦੇ ਵਿੱਚ, ਮਾਇਆ ਵਿੱਚੋਂ ਕੱਢ ਲਿਆ। ਪਰ ਇੱਕ ਜਿਨ੍ਹਾਂ ਨੇ ਗੱਲ ਨਾ ਮੰਨੀ, ਉਹਨਾਂ ਨੂੰ ਫਿਰ ਮਾਇਆ ਵਿੱਚ ਫਸਾ ਕੇ ਰੱਖਤਾ। ਫਸੇ ਮਾਇਆ ਦੇ ਵਿੱਚ ਦੁਖੀ ਹੁੰਦੇ ਨੇ, ਰੋਂਦੇ ਹਨ। ਏਵ ਪਿਆਖ ਨਾ ਜਾਪਈ, ਜੇ ਕਿਸੇ ਆਣੇ ਰਾਸ। ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਭਾਈ ਵਾਹਿਗੁਰੂ ਦਾ ਨਾਮ ਜਪ ਸਿਮਰਨ ਕਰ, ਪਰ ਹੰਕਾਰ ਨਾ ਕਰੀ, ਕਿਉਂਕਿ ਕੋਈ ਪਤਾ ਨਹੀਂ, ਕਈ ਵਾਰ ਐਸਾ ਹੁੰਦਾ ਹੈ ਕਿ ਜਿਹੜਾ ਬਾਣੀ ਪੜ੍ਹਦਾ, ਚੰਗੇ ਕਰਮ ਕਰਦਾ ਹੈ, ਹੰਕਾਰ ਕਰਦਾ ਹੈ, ਤੇ ਕਈ ਵਾਰ ਪਾਪੀ ਬੰਦਾ ਸ਼ਰਨ ਵਿੱਚ ਪੈ ਜਾਂਦਾ ਤੇ ਉਹ ਬਖਸ਼ਿਆ ਜਾਂਦਾ ਹੈ, ਤੇ ਦੂਜੇ ਪਾਸੇ ਚੰਗੇ ਕਰਮ ਕਰਨ ਵਾਲਾ ਹੰਕਾਰ ਕਰਕੇ ਡੁੱਬ ਜਾਂਦਾ ਹੈ। ਇਸ ਕਰਕੇ ਸਦਾ ਨਿਮਰਤਾ ਦੇ ਨਾਲ ਰਹਿਣਾ ਕਰ। ਕੋਈ ਪਤਾ ਨਹੀਂ ਉਹ ਵਾਹਿਗੁਰੂ ਨੇ ਕਿਹਦੇ ਤੇ ਆਪਣੀ ਬਖਸ਼ਿਸ਼ ਕਰ ਦੇਣੀ ਹੈ। ਏਵ ਪਿਆਖ ਨਾ ਜਾਪਈ, ਇਸ ਤਰ੍ਹਾਂ ਵੀ ਆਖਿਆ ਨਹੀਂ ਜਾ ਸਕਦਾ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ। ਜੇ ਕਿਸੇ ਆਣੇ ਰਾਸ, ਉਹ ਕਿਹਨੂੰ ਵਾਹਿਗੁਰੂ ਪਰਮਾਤਮਾ ਸਫਲ ਕਰ ਦੇਵੇ, ਰਾਸ ਕਰ ਦੇਵੇ, ਇਹ ਕੋਈ ਪਤਾ ਨਹੀਂ ਹੈ। ਇਸ ਕਰਕੇ ਸਦਾ ਉਹਦੇ ਹੁਕਮ ਦੇ ਵਿੱਚ, ਸਦਾ ਉਹਦੀ ਰਜਾ ਵਿੱਚ ਰਾਜੀ ਰਹੀਏ, ਉਹਦਾ ਨਾਮ ਜਪੀਏ। ਨਾਨਕ ਗੁਰਮੁਖ ਜਾਣੀਐ, ਜਾਂ ਕੋ ਆਪ ਕਰੇ ਪ੍ਰਗਾਸ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਇਹ ਜਿਹੜੀ ਅਗਾਮੀ ਖੇਡ ਵਰਤ ਰਹੀ ਹੈ, ਇਹਨੂੰ ਗੁਰਮੁਖ ਜਾਣਦੇ ਨੇ। ਗੁਰਮੁਖ ਕੌਣ? ਜਿਨ੍ਹਾਂ ਨੂੰ ਆਪ ਵਾਹਿਗੁਰੂ ਨੇ ਆਪਣਾ ਪ੍ਰਕਾਸ਼ ਦੇ ਦਿੱਤਾ, ਜਿਨ੍ਹਾਂ ਦਾ ਹਿਰਦਾ ਆਪ ਪ੍ਰਕਾਸ਼ ਕਰ ਦਿੱਤਾ। ਹੁਣ ਵਾਹਿਗੁਰੂ ਕਿਹਨਾਂ ਦਾ ਹਿਰਦਾ ਪ੍ਰਕਾਸ਼ ਕਰਦਾ ਹੈ? ਮਹਾਰਾਜ ਜੀ ਦੇ ਬੜੇ ਪਿਆਰੇ ਬਚਨ ਹਨ। ਪਾਤਸ਼ਾਹ ਕਹਿੰਦੇ ਜਿਹੜਾ ਉਹਦਾ ਸੇਵਕ ਬਣ ਜਾਂਦਾ, ਉਹਨੂੰ ਸਮਰਪਿਤ ਹੋ ਜਾਂਦਾ ਹੈ, ਵਾਹਿਗੁਰੂ ਪਰਮਾਤਮਾ ਫਿਰ ਆਪ ਉਹਦੇ 'ਤੇ ਕਿਰਪਾ ਕਰ ਦਿੰਦਾ ਹੈ। ਜਿਹੜਾ ਉਹਦੇ ਦਰ 'ਤੇ ਢਹਿ ਪੈਂਦਾ ਕਿ ਮਾਲਕ ਮੈਂ ਕੁਝ ਵੀ ਨਹੀਂ ਹਾਂ, ਮੈਂ ਤਾਂ ਔਗਣਾਂ ਦਾ ਭਰਿਆ ਹੋਇਆ ਹਾਂ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਕਸਰ ਮਨੁੱਖ ਦੇ ਕੋਲ ਸ਼ਕਤੀ ਆਵੇ, ਧਨ ਆਵੇ, ਗੁਣ ਆਉਣ, ਹੰਕਾਰੀ ਹੋ ਜਾਂਦਾ ਹੈ। ਮਾਇਆ ਆਵੇ, ਹੰਕਾਰੀ ਹੋ ਜਾਂਦਾ ਹੈ, ਬੰਦੇ ਨੂੰ ਬੰਦਾ ਨਹੀਂ ਕਰਕੇ ਜਾਣਦਾ। ਪਰ ਜਿਹੜੇ ਗੁਰਮੁਖ ਨੇ ਉਹ ਸਦਾ ਨਿਮਰਤਾ ਧਾਰਨ ਕਰਕੇ ਰੱਖਦੇ ਨੇ, ਤੇ ਉਹ ਕਹਿੰਦੇ ਮਾਲਕ ਇਹ ਜਿਹੜੀ ਮਾਇਆ ਦਿੱਤੀ ਹੈ ਤੂੰ, ਇਹ ਜਿਹੜੇ ਗੁਣ ਦਿੱਤੇ ਨੇ, ਇਹ ਸਾਰਾ ਕੁਝ ਤੇਰਾ ਹੀ ਹੈ। ਇਹ ਮੇਰੇ ਵਿੱਚ ਜਿਹੜੇ ਗੁਣ ਭਰੇ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਮੇਰਾ ਆਪਣਾ ਤਾਂ ਕੁਝ ਹੈ ਹੀ ਨਹੀਂ। ਇਸ ਕਰਕੇ ਐਸੇ ਜਿਹੜੀ ਬਿਰਤੀ ਵਾਲੇ ਗੁਰਮੁਖ ਹੁੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਆਪ ਵਾਹਿਗੁਰੂ ਪ੍ਰਕਾਸ਼ ਕਰ ਦਿੰਦਾ, ਆਪ ਬਖਸ਼ਿਸ਼ ਕਰ ਦਿੰਦਾ ਵੀ ਹਿਰਦਾ ਕਿੰਨੀ ਨਿਮਰਤਾ ਨਾਲ ਭਰਿਆ ਹੋਇਆ ਹੈ। ਆਪ ਬਖਸ਼ਿਸ਼ ਕਰ ਦਿੰਦਾ ਹੈ।
इस तरह महाराज सच्चे पातशाह कहते वाहिगुरू की जिहड़ी अगंमी खेड वरत रही है, इसनों गुरमुख जान लेंदे हन। पौड़ी नानक जी उपाय कै लिखना मैं धर्म बहालिया। ਸਾਹਿਬ सच्चे पातशाह धन गुरु नानक देव महाराज जी फरमान कर रहे ने, वाहिगुरू परमात्मा ने ये जेड़ा वड्डा ये ब्रह्मांड ये सारा सिलसिला रचिया है, ਇਹਦੇ ਵਿੱਚ पता नहीं किन्ने जीव पैदा कर दिते ते उन्हां जीवां दे कर्मां दा लेखा लिखण वास्ते वेखण वास्ते धर्मराज नूं बहाल कीता है। धर्मराज नूं बहाल किया कि इन्हां सारे जीवां दा तू लेखा वेखना है। उत्थे सच्चे ही सच निबड़ा है, चुन वख कढे जजमालिया। हुण उत्थे धर्मराज की कचहरी विच की हुंदा है, उहनूं तां ही धर्मराज आख्या गया है। उत्थे झूठ नहीं चलता, उत्थे छल नहीं चलता, उत्थे फरेब नहीं चलता, उत्थे कोई दलील नहीं चलती। जिवें भगत कबीर साहब जी का एक शब्द आउंदा है कि एक बंदे ने शाहूकार सी, उन्हें बड़े लोगों नूं ब्याज ते पैसा देना, बड़ा धन कमाया होया सी, कई पिंडां विच उहदा देन लैण सी, बंदगी नहीं कीती, नाम नहीं जपिया। उस बंदे नूं जमदूत लैण वास्ते आ गए। जमदूतां नाल उहदा सामना होया ते भगत कबीर साहब जी कहंदे ओ सेठ ओ शाहूकार जमदूतां नूं कहण लगा भी मित्रो गल इदां, मैं तुहाडे नाल चलण नूं तैयार हाँ, पर मेरी एक गल है, मेरी एक अरदास तुहाडे कोल बेनती है कि कई पिंडां विच मैं पैसा दिता होया, मेरा देन लैण है, मेरा पैसा फसिया होया है, मैनू एक रात का समा देवो, मैं जाके सारा धन इकट्ठा कर लियावां। वो की कीता जावेगा, उहदे विचों कुछ धन तुहानूं भी दे देवांगा। चलो सिताब दीवान बुलाया, हरपुर मान दरगह का आया। वो कहते छेती चल बई, वाहिगुरू की दरगाह का हुक्म है, छेती गल तेरा समा मुक गया है। कहन लगा करो अरदास गाम किश बाकी, लियो नवेर आज की राती। मैं बेनती करदा हाँ, करो अरदास गांव किश बाकी, कुछ गांव कुछ पिंडां दे विच मेरा बाकी है, अज की रात मैनूं समा दे दिओ। लियो नवेर आज की राती। किछ भी करश तुम्हारा सारो, सुबह नवाज सराय गुजारो। कुछ खर्चा तुहानूं भी दे दांगा, उहदे विचों जिहड़ा आपां धन इकट्ठा करके लियावांगे ना, लैण देण जिहड़ा लोकां कोलों। किस भी खर्च तुम्हारा सारो, सुबह निवाज सराय गुजारो। वो कहन लगे गल इत्थे दुनिया में चलती होएगी, अगे नहीं चलती, ये तेरा धन साडे किसी काम नहीं है। भाव जीव ये जिहड़ा साडा शरीर है ना, इनू भी नहीं छड्डना चाहुंदा, मरना नहीं चाहुंदा। इहदा भाव अर्थ ये है, जीव नूं लैण आए जीव कहंदा एक रात होर जीवदा रह जावां, एक साल होर, 2 साल होर जीवदा रह जावां, शायद कुछ लाहा लै लांगा। इस तरह सारी उम्र कढ़ दिंदा है, पर जदों मौत का समा आउंदा उस मोहलत नहीं देंदी। मौत जमदूत समा नहीं देंदे भी तू अजे 6 महीने होर जी लै, वो फिर लैके ही जाते हैं। तो पातशाह फरमान करते ने कि उत्थे सच्चे ही सच निबड़ा, चुन वख कढे जज मालिया। उत्थे सच्चो सच नबेड़ा हुंदा है। ਜਿਹੜੇ ਮੰਦ ਕਰਮੀ ਜੀਵ ਨੇ ਉਹਨਾਂ ਨੂੰ ਚੁਣ ਕੇ ਵੱਖ ਕਰ ਲਿਆ ਜਾਂਦਾ ਹੈ। ਜਜਮਾਲਾ ਭਾਵ ਜਿਹੜੇ ਮਾੜੇ ਕਰਮ ਕਰਨ ਵਾਲੇ, ਗੰਦੇ ਕਰਮ ਕਰਨ ਵਾਲੇ ਜੀਵ। ਮਹਾਰਾਜ ਕਹਿੰਦੇ ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੈ ਦੁਜਗ ਚਾਲਿਆ। ਜਿਹੜੇ ਝੂਠੇ ਹਨ, ਕੂੜੇ ਹਨ, ਉਹਨਾਂ ਨੂੰ ਫਿਰ ਥਾਂ ਨਹੀਂ ਮਿਲਦੀ ਕਿਤੇ।
ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਮੂੰਹ ਕਾਲੇ ਕਰਕੇ ਘੋਰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ। ਤੇਰੇ ਨਾਏ ਰਤੇ ਤੇ ਜਿਣਗੇ ਯਾਰ ਗੇਸ ਠੱਗਣ ਵਾਲਿਆ। ਹੇ ਵਾਹਿਗੁਰੂ, ਜਿਹੜੇ ਤੇਰੇ ਨਾਮ ਨਾਲ ਰੱਤੇ ਗਏ, ਜੁੜ ਗਏ, ਉਹ ਬਾਜੀ ਜਿੱਤ ਗਏ। ਜਿਨ੍ਹਾਂ ਨੇ ਸੰਸਾਰ ਵਿੱਚ ਠੱਗੀਆਂ ਮਾਰੀਆਂ, ਮਾੜੇ ਕਰਮ ਕਰਦੇ, ਉਹ ਠੱਗੇ ਗਏ, ਉਹ ਹਾਰ ਗਏ, ਉਹ ਜਮਾਂ ਦੇ ਵਸ ਪੈ ਗਏ। ਲਿਖ ਨਾਵੈ ਧਰਮ ਵਾਲਿਆ। ਵਾਹਿਗੁਰੂ ਪਰਮਾਤਮਾ ਨੇ ਸਾਰੇ ਜੀਵਾਂ ਦੇ ਕਰਮਾਂ ਨੂੰ ਲਿਖਣ ਵਾਸਤੇ, ਲੇਖਾ ਜੋਖਾ ਵੇਖਣ ਵਾਸਤੇ ਧਰਮ ਰਾਜ ਨੂੰ ਬਿਠਾਇਆ ਹੋਇਆ, ਬਹਾਲ ਕੀਤਾ ਹੋਇਆ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਬਾਣੀ ਪੜ੍ਹੀਏ, ਨਾਮ ਜਪੀਏ, ਸਿਮਰਨ ਕਰੀਏ, ਤਾਂ ਜੋ ਇਹ ਜੀਵਨ ਦੀ ਯਾਤਰਾ ਸਫਲ ਹੋ ਜਾਵੇ। ਐਸੀ ਸਤਿਗੁਰੂ ਜੀ ਸਾਰਿਆਂ 'ਤੇ ਮਿਹਰਾਮਤ ਕਰਨ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।